ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਤੇ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਇਨਸਾਈਟਸ ਵਿਦ ਵਿਸ਼ਾਲ ਸੂਦ। ਵੈਲਕਮ ਸਰ। ਥੈਂਕ ਯੂ ਅਮਨ। ਕੀ ਹਾਲ ਹੈ ਸਰ? ਬਹੁਤ ਵਧੀਆ ਸਰ। ਪੰਜਾਬ ਦੇ ਹਾਲ ਬਹੁਤ ਵਧੀਆ ਨਹੀਂ ਹੈਗੇ। ਪੰਜਾਬ ਦੇ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਜੀ, ਉਹਨਾਂ ਦੀ ਗ੍ਰਿਫਤਾਰੀ ਹੋ ਗਈ ਤੇ ਗ੍ਰਿਫਤਾਰੀ ਸੀਐਮ ਭਗਵੰਤ ਮਾਨ ਨੇ ਖੁਦ ਕਰਵਾਈ ਆ ਔਰ ਉਹਨਾਂ ਨੇ ਵੀਡੀਓ ਤੇ ਲਾਈਵ ਹੋ ਕੇ, ਟਵਿੱਟਰ ਤੇ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਜੀ ਸਾਡਾ ਇੱਕ ਮੰਤਰੀ ਭ੍ਰਿਸ਼ਟ ਸੀਗਾ, ਉਹਨੇ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲਵ ਸੀਗਾ ਤੇ ਅਸੀਂ ਉਹਨੂੰ ਆਪਣੇ ਮੰਤਰਾਲੇ ਚੋਂ ਵੀ ਕੱਢ ਰਹੇ ਹਾਂ ਤੇ ਪੁਲਿਸ ਨੂੰ ਵੀ ਕਿਹਾ ਕਿ ਐਕਸ਼ਨ ਲਿਆ ਜਾਵੇ। ਦੇਖੋ, ਇਹਨੂੰ ਨਾ ਦੋ ਤਰੀਕੇ ਨਾਲ ਵੇਖਣ ਦੀ ਲੋੜ ਹੈ। ਸਭ ਕੁਝ ਠੀਕ ਨਹੀਂ ਆ, ਇਹ ਵੀ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਜੀ, ਤੇ ਮੈਂ ਇਹਨੂੰ ਥੋੜਾ ਜਿਹਾ ਕਰੈਕਟ ਕਰੂੰਗਾ ਕਿ ਬਹੁਤ ਕੁਝ ਠੀਕ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵੀ ਮਿਨਿਸਟਰ ਜੇ ਕਰਪਸ਼ਨ 'ਚ ਇਨਵੋਲਵ ਨੇ, ਇਟਸ ਅ ਵੈਰੀ, ਇਹ ਦੱਸਦਾ ਸਾਡੀ ਸੋਸਾਇਟੀ ਦਾ ਹਾਲ ਕੀ ਆ ਜੀ। ਪਰ ਮੈਂ ਇਹਦੇ ਵਿੱਚ ਆਈ ਐਮ ਆਪਟੀਮਿਸਟਿਕ ਪਰਸਨ, ਮੈਂ ਇਹਦੇ 'ਚ ਇੱਕ ਪੋਜ਼ੀਟਿਵ ਚੀਜ਼ ਵੇਖਦਾ। ਅੱਜ ਇੱਕ ਮਿਨਿਸਟਰ ਨੇ ਜੇ ਕਰਪਸ਼ਨ ਕੀਤੀ ਹੈ, ਸੀਐਮ ਨੇ ਆਪਣੀ ਪਾਰਟੀ ਦੇ ਉਸ ਮਿਨਿਸਟਰ ਨੂੰ ਬਾਹਰ ਕੱਢ ਕੇ ਉੱਤੇ ਪਰਚਾ ਦਰਜ ਕਰਾ ਕੇ ਉਹਨਾਂ ਦੀ ਗ੍ਰਿਫਤਾਰੀ ਕਰਵਾ ਕੇ ਪਬਲਿਕਲੀ ਆਪ ਅਨਾਉਂਸ ਕੀਤਾ। ਬਿਲਕੁਲ, ਇਹ ਮੈਨੂੰ ਲੱਗਦਾ ਕਿ ਇੱਕ ਬੜੀ ਵਧੀਆ ਸ਼ੁਰੂਆਤ ਵੀ ਹੋ ਸਕਦੀ ਹੈ। ਬਿਲਕੁਲ ਕਿ ਬਈ ਕਰਪਸ਼ਨ ਵਿਲ ਨਾਟ ਬੀ ਟੋਲਰੇਟਿਡ। ਤੇ ਮੈਨੂੰ ਲੱਗਦਾ ਕਿ ਇਸ ਵੇਲੇ ਗਵਰਨਮੈਂਟ ਨੂੰ ਸਪੋਰਟ ਕਰਨ ਦੀ ਲੋੜ ਹੈ ਸਾਨੂੰ, ਕਿ ਠੀਕ ਹੈ ਜੇ ਕਰਪਸ਼ਨ ਫੜੀ ਜਾਏਗੀ, ਇਹੋ ਜਿਹਾ ਐਕਸ਼ਨ ਲਿੱਤਾ ਜਾਏਗਾ। ਸੋਚੋ ਬਾਕੀਆਂ ਤੇ ਕੀ ਅਸਰ ਪਏਗਾ, ਬਾਕੀ ਹਰ ਅਫਸਰ ਤੇ ਜੀ, ਆਈਐਸ ਅਫਸਰ ਹੋਣ, ਭਾਵੇਂ ਦੂਜੇ ਅਫਸਰ ਹੋਣ, ਬਾਕੀ ਮੁਲਾਜ਼ਮ ਹੋਣ, ਉਸ ਤੋਂ ਇਲਾਵਾ ਭਾਵੇਂ ਪ੍ਰਾਈਵੇਟ ਲੋਕੀ ਹੋਣ ਜਿਹੜੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਸਾਰਿਆਂ ਦੇ ਉੱਤੇ ਕੀ ਅਸਰ ਪਏਗਾ। ਉਹ ਮੈਨੂੰ ਲੱਗਦਾ ਕਿ ਉਹ ਸੋਚ ਕੇ ਮੈਨੂੰ ਥੋੜੀ ਖੁਸ਼ੀ ਹੁੰਦੀ ਹੈ ਕਿ ਵੀ ਜੇ ਕਰਪਸ਼ਨ ਕਰੋਗੇ ਵੈਰੀ ਸਟਰੋਂਗ ਐਕਸ਼ਨ ਵਿਲ ਬੀ ਟੇਕਨ। ਇਸ ਤੋਂ ਇਲਾਵਾ ਹੁਣ ਜੇ ਮੈਂ ਗੱਲ ਕਰਾਂ ਕਿ ਮਿਨਿਸਟਰ ਦੇ ਉੱਤੇ ਰਿਕਾਰਡਿੰਗ ਵੀ ਫੜੀ ਗਈ ਆ, ਆਈ ਐਮ ਸ਼ੋਰ ਕਿ ਕ੍ਰੈਡੀਬਲ ਸਬੂਤ ਹੋਣਗੇ ਜੀ। ਬਿਲਕੁਲ, ਤੇ ਉਹਨਾਂ ਸਬੂਤਾਂ ਦੇ ਬੇਸਿਸ ਤੇ ਇਨੀਸ਼ੀਅਲ ਪਰਚਾ ਦਰਜ ਕੀਤਾ ਤੇ ਜਿਹੜਾ ਲੋਕ ਬੰਦੇ ਪਬਲਿਕ ਆਫਿਸ ਤੇ ਨੇ ਉਹਨਾਂ ਦਾ ਐਗਜ਼ਾਮਪਲ ਸੈੱਟ ਕਰਨਾ ਬਹੁਤ ਜ਼ਰੂਰੀ ਆ। ਤੇ ਮੈਂ ਬਾਕੀ ਤੇ ਹੁਣ ਤਫਸੀਸ਼ ਤੋਂ ਪਤਾ ਲੱਗੇਗਾ ਕਿ ਕੀ ਰਿਜ਼ਲਟ ਆਉਂਦੇ ਨੇ, ਕੀ ਕੇਸ ਬਣਦਾ ਹੈ, ਕਿੰਨੀ ਸਜ਼ਾ ਹੁੰਦੀ ਹੈ, ਕਿੰਨੀ ਛੇਤੀ ਉੱਤੇ ਫੈਸਲਾ ਦਿੱਤਾ ਜਾਂਦਾ ਹੈ। ਆਪਾਂ ਤੇ ਪੰਜਾਬ ਟੂਡੇ ਤੇ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਪਬਲਿਕ ਆਫਿਸ ਲਈ ਖੜੇ ਹੋ ਰਹੇ ਨੇ ਉਹਨਾਂ ਦਾ ਜਿਹੜਾ ਕੇਸ ਹੈ 6 ਮਹੀਨੇ 'ਚ ਨਿਪਟਾਇਆ ਜਾਵੇ। ਬਿਲਕੁਲ, ਪਤਾ ਚੱਲੇ ਕਿ ਉਹ ਇਮਾਨਦਾਰ ਨੇ ਕਿ ਬੇਈਮਾਨ ਨੇ। ਬਿਲਕੁਲ ਸਰ। ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਇਹ ਹੈ ਕਿ ਪੋਲੀਟੀਕਲੀ ਮੋਟੀਵੇਟਡ ਹੈ, ਵੀ ਹੋ ਸਕਦਾ ਉਹ ਭਗਵੰਤ ਮਾਨ ਦੇ ਕਹਿਣੇ ਤੋਂ ਬਾਹਰ ਸੀ ਜਾਂ ਅਰਵਿੰਦ ਕੇਜਰੀਵਾਲ ਦੇ ਕਹਿਣੇ ਤੋਂ ਬਾਹਰ ਸੀ ਤੇ ਤਾਂ ਕਰਕੇ ਉਹਨਾਂ ਨੇ ਐਕਸ਼ਨ ਲਿਆ। ਤੁਸੀਂ ਦੇਖੋ ਹਰ ਚੀਜ਼ ਦੇ ਵਿੱਚ ਜੋ ਮਰਜ਼ੀ ਕਹੀ ਜਾਓ, ਤੁਸੀਂ ਹੋ ਸਕਦਾ, ਉਹ ਤੇ ਕੁਝ ਵੀ ਸਕਦਾ। ਬਿਲਕੁਲ। ਹੁਣ ਜਿਹੜੇ ਓਪੋਜੀਸ਼ਨ, ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਪਾਵਰ ਤੋਂ ਬਾਹਰ ਹੋਈਆਂ ਨੇ, ਇਹ ਉਹਨਾਂ ਨੂੰ ਵੀ ਮੈਸੇਜ ਗਿਆ ਜੀ ਕਿ ਭਈ ਇਹ ਬੰਦਾ ਤੇ ਜੇ ਆਪਣੀ ਪਾਰਟੀ ਦੇ ਲੀਡਰ ਨੂੰ ਨਹੀਂ ਛੱਡਦਾ ਪਿਆ ਤੇ ਹੁਣ ਸਾਡੇ ਤੇ ਵੀ ਸਟਰੋਂਗ ਐਕਸ਼ਨ ਹੋਣਗੇ। ਬਿਲਕੁਲ। ਸ਼ਾਇਦ ਉਸ ਡਰ ਦੇ ਕਾਰਨ ਬੋਲਿਆ ਜਾ ਰਿਹਾ ਹੋਵੇ। ਬਾਕੀ ਤੁਸੀਂ ਗਵਰਨਮੈਂਟ ਦੀ ਕ੍ਰੈਡੀਬਿਲਿਟੀ ਨੂੰ ਹਮੇਸ਼ਾ ਕੁਐਸਚਨ ਨਾ ਕਰੋ। ਆਫ ਕੋਰਸ ਜੇਲ੍ਹ 'ਚ ਦਿੱਤਾ ਗਿਆ ਨਾ, ਹੁਣ ਕੋਰਟ ਵਿੱਚ ਕੇਸ ਚੱਲਣਾ ਹੈ ਜੀ, ਜੇ ਬੇਲ ਹੋਣੀ ਹੋਏਗੀ ਬੇਲ ਵੀ ਹੋਏਗੀ। ਬਿਲਕੁਲ, ਉਹ ਸਾਰੇ ਪ੍ਰੋਸੈਸ ਫੋਲੋ ਕੀਤੇ ਜਾਣਗੇ ਜੀ। ਬਟ ਐਟ ਦੀ ਸੇਮ ਟਾਈਮ ਤੁਸੀਂ ਇੱਕ ਇਹ ਪ੍ਰਾਇੋਰਟੀ ਤੇ ਲੱਗਦਾ ਹੀ ਹੈ ਕਿ ਸ਼ਾਇਦ ਕੁਝ ਗਲਤ ਹੋਇਆ ਹੋਵੇ ਜੀ। ਉਹਨਾਂ ਨੇ ਜਿਹੜਾ ਸ਼ੁਕਰਾਨਾ ਵਰਡ ਯੂਜ਼ ਕੀਤਾ ਗਿਆ ਹੈ, ਉਹਨਾਂ ਨੇ ਕਬੂਲਿਆ ਸੀਐਮ ਅੱਗੇ, ਤੇ ਸੀਐਮ ਛੋਟੀ ਮੋਟੀ ਗੱਲ ਪਿੱਛੇ ਇੰਨੀ ਛੇਤੀ ਐਕਸ਼ਨ ਲੈਣਾ ਮੈਨੂੰ ਡਾਊਟਫੁਲ ਲੱਗਦਾ ਹੈ। ਬਾਕੀ ਕੁਝ ਵੀ ਹੋ ਸਕਦਾ। ਤੇ ਇਹ ਹੁਣ ਸਿਰਫ ਆਪਣੇ ਇੱਕ ਨੇਤਾ ਨੂੰ ਨਾ ਫੜਨ, ਜਿਹੜੇ ਉਹਨਾਂ ਦੇ ਮਤਲਬ ਪਹਿਲਾਂ ਜਿਹੜੀਆਂ ਪਾਰਟੀਆਂ ਦੇ ਨੇਤਾ ਸੀ ਜਿਨ੍ਹਾਂ ਨੇ ਇੰਨੀ ਕਰਪਸ਼ਨ ਕੀਤੀ, ਜਿਹਦੇ ਕਾਰਨ ਆਮ ਆਦਮੀ ਪਾਰਟੀ ਦਾ ਜੋ ਸਟੈਂਡ ਰਿਹਾ ਜੀ, ਉਹਦੇ ਉੱਤੇ ਵੀ ਫੋਕਸ ਕੀਤਾ ਜਾਵੇ। ਬਿਲਕੁਲ। ਜਿਹੜੇ ਨੇਤਾਵਾਂ ਨੇ ਕਰਪਸ਼ਨ ਕੀਤੀ ਆ, ਭਾਵੇਂ ਉਹ ਰੇਤ ਮਾਫੀਆ ਹੈ, ਭਾਵੇਂ ਡਰੱਗ ਮਾਫੀਆ ਹੈ, ਭਾਵੇਂ ਹੋਰ ਜਿਸ ਤਰ੍ਹਾਂ ਦੀ ਵੀ ਕਰਪਸ਼ਨ ਹੋਈ ਆ, ਇੰਨੀਆਂ ਅਨਲੌਫੁਲ ਬਿਲਡਿੰਗਸ ਟਰਾਈ ਸਿਟੀ ਦੇ ਆਸ-ਪਾਸ ਜਾਂ ਹੋਰ ਸ਼ਹਿਰਾਂ 'ਚ ਬਣੀਆਂ ਨੇ ਜਿਹੜੀਆਂ ਪਾਸ ਕੀਤੇ ਬਿਨਾਂ ਬਣਾ ਦਿੱਤੀਆਂ ਗਈਆਂ, ਉਹ 'ਚ ਆਫੀਸ਼ੀਅਲਸ ਵੀ ਇਨਵੋਲਵ ਸੀ। ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜੇ ਸਟਰੋਂਗ ਐਕਸ਼ਨ ਭਗਵੰਤ ਮਾਨ ਗਵਰਨਮੈਂਟ ਲਏਗੀ, ਇੰਨਾ ਵਧੀਆ ਐਗਜ਼ਾਮਪਲ ਸੈੱਟ ਹੋਏਗਾ। ਮੈਂ ਓਨੈਸਟਲੀ ਆਈ ਐਮ ਵੈਰੀ ਵੈਰੀ ਹੈਪੀ ਅਬਾਊਟ ਇਟ ਜੀ। ਆਫ ਕੋਰਸ ਮੈਂ ਮੰਨ ਕੇ ਚੱਲਦਾ ਪਿਆ ਕਿ ਕੇਸ 'ਚ ਸੱਚਾਈ ਆ, ਕੱਲ ਨੂੰ ਕੁਝ ਹੋਰ ਨਿਕਲ ਆਵੇ ਉਹ ਵੱਖਰੀ ਗੱਲ ਹੈ ਜੀ। ਪਰ ਇਹ ਐਗਜ਼ਾਮਪਲ ਸੈੱਟ ਕਰਕੇ ਭਗਵੰਤ ਮਾਨ ਨੇ ਲੋਕਾਂ ਦੀ ਨਜ਼ਰਾਂ 'ਚ ਆਪਣਾ ਕੱਦ ਉੱਚਾ ਕਰ ਲਿਆ। ਦਿੱਲੀ ਦੇ ਵੀ ਕਈ ਮਿਨਿਸਟਰਾਂ ਦੇ ਉੱਤੇ ਇਲਜ਼ਾਮ ਲੱਗੇ ਪਰ ਇਹੋ ਜਿਹਾ ਐਕਸ਼ਨ ਨਹੀਂ ਲਿੱਤਾ ਗਿਆ ਜੀ। ਰਾਈਟ। ਇਹ ਭਗਵੰਤ ਮਾਨ ਜੀ ਨੇ ਅੱਜ ਆਮ ਆਦਮੀ ਪਾਰਟੀ 'ਚ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਇੱਕ ਪੋਜ਼ਿਟਿਵ ਸਟੈਪ ਹੀ ਪਾਇਆ। ਓਪੋਜੀਸ਼ਨ ਨੂੰ ਹਜੇ ਇੰਨੀ ਛੇਤੀ ਨਹੀਂ ਇਹ ਕਹਿਣਾ ਚਾਹੀਦਾ ਕਿ ਬਈ ਇਹ ਸ਼ਾਇਦ ਉਹਨਾਂ ਦੇ ਕਹਿਣੇ 'ਚ ਨਹੀਂ ਸੀ ਜੀ, ਠੀਕ ਹੈ। ਉਹਦੀ ਵੇਟ ਕਰਨੀ ਚਾਹੀਦੀ ਆ। ਬਿਲਕੁਲ। ਇੱਕ ਮਿਨਿਸਟਰ ਕਰਪਸ਼ਨ ਕਰਦੇ ਆਏ ਨੇ, ਬੜੀ ਆਮ ਜੀ ਗੱਲ ਰਹੀ ਆ, ਤੇ ਉਹਨਾਂ ਦੇ ਖਿਲਾਫ ਐਕਸ਼ਨ ਹੋਣੇ ਚਾਹੀਦੇ। ਉਹਨਾਂ ਨੂੰ ਵੀ VIP ਕਲਚਰ ਵਾਲੀ ਟ੍ਰੀਟਮੈਂਟ ਨਹੀਂ ਮਿਲਣੀ ਚਾਹੀਦੀ, ਤਾਂ ਆਮ ਕਲਚਰ ਵਾਲੀ ਟ੍ਰੀਟਮੈਂਟ ਹੋਣੀ ਚਾਹੀਦੀ ਹੈ। ਬਿਲਕੁਲ। ਭਗਵੰਤ ਮਾਨ ਨੇ ਲਾਈਵ ਹੋ ਕੇ ਇਹ ਵੀ ਕਿਹਾ ਕਿ ਜੀ ਇਸ ਤੋਂ ਪਹਿਲਾਂ ਦੇ ਮੁੱਖ ਮੰਤਰੀ ਵੀ ਰਹੇ ਆ, ਉਹਨਾਂ ਨੂੰ ਪਤਾ ਵੀ ਰਿਹਾ ਕਿ ਸਾਡੇ ਮਿਨਿਸਟਰ, ਸਾਡੇ MLA ਰੇਤ ਮਾਫੀਆ ਦੇ ਵਿੱਚ ਇਨਵੋਲਵ ਨੇ ਜਾਂ ਹੋਰ ਮਾਫੀਆ ਦੇ ਵਿੱਚ ਇਨਵੋਲਵ ਨੇ, ਉਹਨਾਂ ਨੇ ਐਕਸ਼ਨ ਨਹੀਂ ਲਿਆ। ਐਗਜ਼ੈਕਟਲੀ ਜੀ। ਦੇਖੋ ਆਪਣੇ ਸੁਨੀਲ ਜਾਖੜ ਸਾਹਿਬ ਇਹ ਕਹਿੰਦੇ ਜੀ ਮੈਂ CM ਨੂੰ ਦੱਸਿਆ ਵੀ ਬਟ ਹੀ ਇਗਨੋਰਡ ਇਟ। ਮੈਂ ਹਾਈ ਕਮਾਂਡ 'ਚ ਵੀ ਗੱਲ ਕੀਤੀ ਐਂਡ
ਇੱਕ ਤਰੀਕੇ ਨਾਲ ਜਾਖੜ ਸਾਹਿਬ ਨੇ ਆਪ ਵੀ ਇਗਨੋਰ ਕੀਤਾ ਜੀ। ਇਹ ਪੋਲੀਟੀਕਲ ਪਾਰਟੀ ਹੈ ਜਿਹੜੀ ਇਗਨੋਰ ਨਹੀਂ ਕਰਦੀ ਵੀ ਜਿਹਨੇ ਐਕਸ਼ਨ ਲਿੱਤਾ ਜੀ। ਦੇਖੋ ਆਪਾਂ ਜਿੱਥੇ ਨਿੰਦਿਆ ਕਰਨ ਦੀ ਲੋੜ ਸੀ, ਜਿਹੜੇ ਸਟੈਪ ਸਾਨੂੰ ਗਲਤ ਲੱਗੇ ਆਮ ਆਦਮੀ ਪਾਰਟੀ ਦੇ ਕਿ ਪੁਲਿਸ ਨੂੰ ਦਿੱਲੀ ਭੇਜਿਆ ਜਾਂ ਪ੍ਰਾਇੋਰਟੀ ਸਹੀ ਨਹੀਂ ਸੀ, ਆਪਾਂ ਉਹਦੀ ਕੜੀ ਨਿੰਦਾ ਵੀ ਕੀਤੀ ਬਿਲਕੁਲ। ਪਰ ਇਹ ਇੱਕ ਪੋਜ਼ਿਟਿਵ ਸਟੈਪ ਹੈ ਤੇ ਪੰਜਾਬ ਟੁਡੇ ਤੇ ਜੋ ਵੀ ਚੀਜ਼ ਪੰਜਾਬ ਦੇ ਹਿੱਤ ਵਿੱਚ ਹੈ ਉਹਦੀ ਕੈਟੇਗੋਰੀਕਲੀ ਪ੍ਰਸ਼ੰਸਾ ਕਰਨ ਦੀ ਵੀ ਲੋੜ ਹੈ ਬਿਲਕੁਲ। ਆਪਾਂ ਬਿਲਕੁਲ ਤਿਆਰ ਹਾਂ, ਅੱਜ ਤੋਂ 6 ਮਹੀਨੇ ਬਾਅਦ ਪਤਾ ਲੱਗੇ ਕਿ ਬਈ ਫਾਲਸ ਕੇਸ ਬਣਾਇਆ ਗਿਆ ਤੇ ਆਪਾਂ ਉਹਦੀ ਫਿਰ ਨਿੰਦਿਆ ਕਰਾਂਗੇ। ਪਰ ਹਜੇ ਜੇ ਮਿਨਿਸਟਰ ਕਰਪਟ ਹੈ ਉਹਨੂੰ ਉਸੇ ਵੇਲੇ ਉਹਦੀ ਮਿਨਿਸਟਰੀ ਤੋਂ ਕੱਢਣਾ ਤੇ ਉਸ ਤੇ ਪੁਲਿਸ ਐਕਸ਼ਨ ਲੈਣਾ, ਇਹ ਇੱਕ ਭਾਰਤ ਦੇ ਇਤਿਹਾਸ ਦਾ ਨਵਾਂ ਐਗਜ਼ਾਮਪਲ ਹੈ ਬਿਲਕੁਲ। ਇਹਨੂੰ ਕੋਈ ਤੁਸੀਂ ਛੋਟੀ ਮੋਟੀ ਘਟਨਾ ਨਾ ਸਮਝੋ। ਇਹ ਡੈਮੋਕ੍ਰੇਸੀ 'ਚ ਜਿੱਥੇ ਪੋਲੀਟੀਸ਼ੀਅਨਸ ਦੇ ਉੱਤੇ ਐਕਸ਼ਨ ਨਹੀਂ ਹੁੰਦਾ, ਬਿਲਕੁਲ ਹੀ ਮਜਬੂਰੀ ਹੋਵੇ ਜਾਂ ਪੋਲੀਟੀਕਲ ਵੈਂਡੇਟਾ ਹੋਵੇ, ਕੁਝ ਐਕਸ਼ਨ ਸ਼ੁਰੂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਵੀ ਉਹ ਲੋਕੀ ਖੁੱਲ੍ਹੇ 'ਚ ਰਹਿੰਦੇ ਨੇ ਜੀ, ਹੈ ਨਾ। ਜੇ ਤੁਸੀਂ ਕਾਂਗਰਸ ਦੇ ਸੈਂਟਰਲ ਗਵਰਨਮੈਂਟ ਦੇ ਪਹਿਲਾਂ ਦੇ ਨੇਤਾਵਾਂ ਦੀ ਗੱਲ ਕਰੋ, ਥੋੜੇ ਦਿਨ ਪਹਿਲਾਂ ਪੀ ਚਿਦੰਬਰਮ ਤੇ ਦੁਬਾਰਾ CBI ਦੀ ਰੇਡ ਹੋਈ, ਜੇਲ੍ਹ ਵੀ ਰਹਿ ਕੇ ਆਏ, ਫਿਰ ਬਾਹਰ ਆ ਗਏ, ਫਿਰ ਚਿੰਤਨ ਸ਼ਿਵਰ 'ਚ ਪੂਰੇ ਦੇਸ਼ ਦੀ ਚਿੰਤਾ ਉਹਨਾਂ ਨੂੰ ਹੀ ਆ ਜੀ। ਪਰ ਜਿਹੜੀ ਆਪਣੀ ਕਰਪਸ਼ਨ ਹੈ ਉਹ ਸਾਰੇ ਭੁੱਲੇ ਪਏ ਨੇ ਬਿਲਕੁਲ। ਤੇ ਬਹੁਤ ਵਧੀਆ ਐਗਜ਼ਾਮਪਲ ਸਾਡੇ ਦੇਸ਼ ਦੀ ਡੈਮੋਕ੍ਰੇਸੀ 'ਚ ਸੈੱਟ ਹੋਇਆ। ਹੋਪਫੁਲੀ ਹੋਰ ਵੀ ਪਾਰਟੀਆਂ ਤੋਂ ਸਿੱਖਣ ਕਿ ਜੇ ਤੁਸੀਂ ਜਨਤਾ ਦਾ ਵਿਸ਼ਵਾਸ ਜਿੱਤਣਾ ਹੈ, ਜੇ ਇਸ ਦੇਸ਼ 'ਚ ਇਮਾਨਦਾਰੀ ਲਿਆਣੀ ਹੈ ਤੇ ਉੱਤੋਂ ਥੱਲੇ ਐਗਜ਼ਾਮਪਲ ਸੈੱਟ ਕਰਨੇ ਪੈਣਗੇ। ਟੌਪ ਵਾਲੇ ਬੰਦੇ ਇਮਾਨਦਾਰ ਹੋਣਗੇ, ਥੱਲੇ ਵਾਲੇ ਬੰਦਿਆਂ ਨੂੰ ਆਪੇ ਇਮਾਨਦਾਰ ਕਰ। ਅੱਜ ਇੱਕ ਆਮ ਆਦਮੀ ਨੇ ਤਾਂ ਥੱਲੇ ਵਾਲੇ ਅਫਸਰ ਨਾਲ ਡੀਲ ਕਰਨਾ ਬਿਲਕੁਲ। ਉਹ ਥੱਲੇ ਵਾਲਾ ਅਫਸਰ ਜਦੋਂ ਉੱਤੇ ਵਾਲੇ ਨੂੰ ਪੈਸੇ ਦੇ ਰਿਹਾ ਹੈ ਤੇ ਉਹਦੀ ਸ਼ਿਕਾਇਤ ਵੀ ਅਸੀਂ ਕਿੱਥੇ ਲੈ ਕੇ ਚੱਲ ਜੀਏ ਬਿਲਕੁਲ। ਜਦੋਂ ਉੱਤੇ ਲੋਕੀ ਇਮਾਨਦਾਰ ਹੋਣਗੇ ਆਪੇ ਥੱਲੇ ਵੀ ਇਮਾਨਦਾਰੀ ਆਣੀ ਸ਼ੁਰੂ ਹੋ ਜਾਏਗੀ ਬਿਲਕੁਲ। ਸਮਾਜ ਨੂੰ ਸੇਧ ਦੇਣ ਲਈ ਇਹ ਸਟੈਪ ਬਹੁਤ ਸ਼ਲਾਘਾਯੋਗ ਹੈ, ਬਹੁਤ ਜ਼ਰੂਰੀ ਸੀ। ਤੇ ਇੱਕ ਅਸੀਂ ਪੁਲਿਸ ਦੀ ਇਨਵੋਲਵਮੈਂਟ ਅਸੀਂ ਦੇਖਦੇ ਹੁੰਦੇ ਹਾਂ, ਡਰੱਗਸ ਦੇ ਵਿੱਚ ਹਮੇਸ਼ਾ ਗੱਲ ਕਰਦੇ ਆਏ ਹਾਂ। ਤੇ ਤਾਜ਼ਾ ਖਬਰ ਹੈ ਕਿ 5 ਲੋਕੀ ਹੋਰ ਜਿਹੜੇ ਪੁਲਿਸ ਅਕੈਡਮੀ ਦੇ ਆ ਫਿਲੌਰ ਦੇ ਉਹ ਪਹਿਲਾਂ ਵੀ ਇਹ ਚੀਜ਼ ਕਵਰ ਕੀਤੀ ਸੀ ਕਿ ਅਕੈਡਮੀ ਦੇ ਵਿੱਚ ਹੀ ਜਦ ਡਰੱਗਸ ਵੇਚੀਆਂ ਜਾ ਰਹੀਆਂ। ਇਸੇ ਚੀਜ਼ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਕੁਐਸਚਨ ਕੀਤਾ ਸੀ ਕਿ ਵੀ ਤੁਸੀਂ ਇਹਨਾਂ ਚੀਜ਼ਾਂ ਤੇ ਫੋਕਸ ਕਰੋ ਬਿਲਕੁਲ। ਇਹ ਸੀਰੀਅਸ ਇਸ਼ੂ ਨੇ ਬਿਲਕੁਲ। ਟੌਪ ਦੇ ਉੱਤੇ ਇਹੋ ਜਿਹੇ ਤੁਸੀਂ ਇਮਾਨਦਾਰ ਤੇ ਜਵਾਜ਼ ਪੁਲਿਸ ਆਫੀਸਰ ਲੈ ਕੇ ਆਉਣ ਜਿਹੜੇ ਪੂਰੇ ਦੇ ਪੂਰੇ ਸਿਸਟਮ ਨੂੰ ਠੀਕ ਕਰਨ। ਅਸੀਂ ਅਗੇਨ ਪੁੱਛਾਂਗੇ ਕਿ ਤੁਹਾਡੇ ਕੋਲ ਇੱਕ ਐਕਸਪੀਰੀਅੰਸ ਬੰਦਾ ਹੈ, ਇੱਕ ਇਮਾਨਦਾਰ IPS ਅਫਸਰ ਜਿਹਨੂੰ ਤੁਸੀਂ MLA ਬਣਾ ਕੇ ਲਿਆਂਦਾ ਹੈ, ਉਹ ਇਹ ਰੋਲ ਪਲੇ ਵਧੀਆ ਕਰ ਸਕਦਾ ਹੈ, ਉਹਦੀ ਹੈਲਪ ਲਿੱਤੀ ਜਾਵੇ ਜੀ। ਤਾਂ ਤੋਂ ਪਹਿਲਾਂ ਤੁਸੀਂ ਸਿਰਫ 10 ਮਿਨਿਸਟਰ ਰੱਖੇ ਹੁੰਦੇ, 9 ਰਹਿ ਗਏ ਬਿਲਕੁਲ। ਤੁਹਾਡੇ ਕੋਲ 8 ਹੋਰ ਮਿਨਿਸਟਰਾਂ ਦੀ ਜਗ੍ਹਾ ਹੈ। ਯੂਜ਼ ਦੀ ਟੈਲੈਂਟ ਯੂ ਹੈਵ। ਜਿਹੜੇ ਲੋਕੀ ਇਮਾਨਦਾਰ ਜਾਂ ਮਿਹਨਤੀ ਐਟਲੀਸਟ ਹਜੇ ਤੇ ਆਪਾਂ ਮੰਨਦੇ ਪਏ ਹਾਂ, ਕਈ ਵਾਰੀ ਹੁੰਦਾ, ਕਈ ਵਾਰੀ ਬੰਦੇ ਟੈਲੈਂਟਡ ਹੁੰਦੇ ਨੇ, ਉਹ ਤੁਹਾਡੇ ਨਾਲ ਹਰ ਗੱਲ 'ਚ ਐਗਰੀ ਨਹੀਂ ਕਰਦੇ ਜੀ। ਤੁਸੀਂ ਇਹ ਨਹੀਂ ਵੇਖਣਾ ਕਿ ਉਹ ਮੇਰੀ ਹਾਂ 'ਚ ਹਾਂ ਮਿਲਾਉਂਦਾ ਹੈ ਕਿ ਨਹੀਂ, ਤੁਸੀਂ ਇਹ ਵੇਖਣਾ ਕਿ ਉਹ ਪੰਜਾਬ ਲਈ ਕੀ ਕਰ ਸਕਦਾ ਹੈ, ਸਾਡੇ ਦੇਸ਼ ਲਈ ਕੀ ਕਰ ਸਕਦਾ ਹੈ। ਜੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸੋਚੇਗੀ ਤੇ ਆਪਣੇ ਆਪ ਉਹ ਟੈਲੈਂਟਡ ਲੋਕਾਂ ਨੂੰ ਮਿਨਿਸਟਰੀ ਦੇ ਵਿੱਚ ਲੈ ਕੇ ਆਏਗੀ। ਸਹੀ ਸੋਰਸ ਨੂੰ ਸਹੀ ਜਗ੍ਹਾ ਯੂਜ਼ ਕਰਨਾ ਤੇ ਤਾਂ ਕਿ ਪੰਜਾਬ ਦੇ ਹਿੱਤ ਲਈ ਕੰਮ ਹੋਵੇ, ਉਹ ਬਹੁਤ ਜ਼ਰੂਰੀ ਹੈ। ਤੇ ਇੱਕ ਸਰ ਜਥੇਦਾਰ ਅਕਾਲ ਤਖਤ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤਾ। ਉਹਨਾਂ ਨੇ ਕਿਹਾ ਕਿ ਸਭ ਸਿੱਖ ਨੌਜਵਾਨਾਂ ਨੂੰ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ। ਉਹਦੀ ਪੂਰੇ ਚਰਚਾ ਹੋਈ ਤੇ ਨਿੰਦਾ ਜ਼ਿਆਦਾ ਹੋਈ ਪੂਰੇ ਦੇਸ਼ ਦੇ ਵਿੱਚ। ਸਭ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ। ਕੁਛ ਇੱਕਾ ਦੁੱਕਾ ਲੋਕ ਉਹਨਾਂ ਦੇ ਨਾਲ ਖੜੇ ਮਿਲੇ ਆ, ਪਰ ਮੈਕਸਿਮਮ ਲੋਕਾਂ ਨੇ CM ਭਗਵੰਤ ਮਾਨ ਨੇ ਵੀ ਤੇ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਵੀ ਕਿਹਾ ਕਿ ਤੁਸੀਂ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਨੀ ਹੈ, ਪਰ ਤੁਸੀਂ ਇਹ ਬੱਚਿਆਂ ਨੂੰ ਕੀ ਸਿਖਾ ਰਹੇ ਹੋ। ਸਾਨੂੰ ਇਸ ਵੇਲੇ ਜਿਹੜੇ ਸਾਡੇ ਰਿਲੀਜੀਅਸ ਲੀਡਰ ਨੇ ਜੀ, ਕਈ ਵਾਰੀ ਨਾ ਸਾਡੇ ਦੇਸ਼ 'ਚ ਕਿਹਾ ਜਾਂਦਾ ਕਿ ਰਿਲੀਜਨ ਤੋਂ ਹਟਣਾ ਚਾਹੀਦਾ, ਸਿਰਫ ਸਕਸੈਸ ਤੇ ਪੋਵਰਟੀ ਐਲੀਵੇਸ਼ਨ, ਇੰਪਲੋਇਮੈਂਟ, ਇਕਨੋਮਿਕ ਗਰੋਥ ਵੱਲ। ਰਿਲੀਜਨ ਦੀ ਵੀ ਸਾਡੇ ਦੇਸ਼ 'ਚ ਬਹੁਤ ਲੋੜ ਹੈ ਕਿਉਂਕਿ ਉਹ ਸਾਡੇ ਸਮਾਜ ਨੂੰ ਵੈਲਿਊ ਦਿੰਦਾ ਹੈ ਜੀ। ਹੁਣ ਜਿਹੜੇ ਸਾਡੇ ਰਿਲੀਜੀਅਸ ਲੀਡਰ ਨੇ, ਸਾਡੇ ਆਪਾਂ ਬੇਸਿਕਲੀ ਹਿੰਦੁਸਤਾਨ ਦੇ ਲੋਕੀ ਧਾਰਮਿਕ ਨੇ ਜੀ, ਉਹ ਰੱਬ 'ਚ ਮੰਨਣ ਵਾਲੇ ਨੇ। ਹੁਣ ਜਿਵੇਂ ਸਾਡੇ ਜਿਹੜੇ ਪੰਡਿਤ ਨੇ, ਜਥੇਦਾਰ ਨੇ, ਪਾਠੀ ਨੇ, ਰਾਈਟ, ਮੌਲਵੀ ਨੇ, ਇਹਨਾਂ ਸਾਰਿਆਂ ਦੀਆਂ ਗੱਲਾਂ ਤੇ ਆਪਾਂ ਸੀਰੀਅਸਲੀ ਲੈਂਦੇ ਹਾਂ ਤੇ ਉਹਨਾਂ 'ਚ ਵਿਸ਼ਵਾਸ ਰੱਖਦੇ ਹਾਂ ਜੀ। ਉਹ ਮੈਸੇਜ ਸਾਡੇ ਯੂਥ ਨਾਲ ਜਾਂ ਇੱਕ ਕਿਸੇ ਵੀ ਕਮਿਊਨਿਟੀ ਨਾਲ ਉਸ ਗੱਲ ਨੂੰ ਸੀਰੀਅਸਲੀ ਲੈਂਦੇ ਨੇ ਜੀ। ਇਹ ਹੋਣਾ ਚਾਹੀਦਾ ਹੁਣ ਇਸ ਵੇਲੇ ਕਿ ਜਿਹੜੇ ਰਿਲੀਜੀਅਸ ਲੀਡਰ ਨੇ ਜੀ, ਉਹ ਸਾਡੇ ਬੱਚਿਆਂ ਨੂੰ ਸਾਇੰਸ ਵੱਲ ਜੀ, ਭਾਈਚਾਰੇ ਵੱਲ, ਜਿਹੜੀਆਂ ਚੰਗੀਆਂ ਵੈਲਿਊ ਨੇ, ਸਰਬੱਤ ਦਾ ਭਲਾ, ਉਸ ਪਾਸੇ ਲੈ ਕੇ ਜਾਣ। ਅੱਜ ਦੀ ਡੇਟ 'ਚ ਰਿਲੀਜੀਅਸ ਲੀਡਰ ਦੀ ਵੀ ਉਨੀ ਹੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੀ ਨਵੀਂ ਸਾਇੰਟੀਫਿਕ ਨੌਲੇਜ ਹੈ, ਇਕਨੋਮਿਕ ਨੌਲੇਜ ਹੈ, ਸਕਿੱਲਸ ਨੇ, ਰਾਈਟ, ਚੰਗੀ ਸਿਹਤ ਰੱਖਣਾ, ਡਰੱਗਸ ਤੋਂ ਦੂਰ ਰੱਖਣਾ। ਹਾਲਾਂਕਿ ਉਹਨਾਂ ਨੇ ਡਰੱਗਸ ਤੋਂ ਦੂਰ ਰੱਖਣ ਦੀ ਵੀ ਗੱਲ ਕੀਤੀ ਬਿਲਕੁਲ। ਤੇ ਲੜਾਈ ਝਗੜੇ ਇਸ ਵੇਲੇ ਅਸੀਂ ਉਹਨਾਂ ਨੇ ਐਗਜ਼ਾਮਪਲ ਦਿੱਤਾ ਕਿ ਜੋ ਗੁਰੂਆਂ ਦਾ ਮੈਸੇਜ ਸੀ, ਜਦੋਂ ਗੁਰੂਆਂ ਨੇ ਹਥਿਆਰ ਰੱਖਣ ਨੂੰ ਕਿਹਾ ਸੀ ਜੀ, ਰਾਈਟ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਉਦੋਂ ਇੱਥੇ ਬਾਹਰੋਂ ਆਏ ਮੁਗਲਾਂ ਦਾ ਰਾਜ ਸੀ ਜੀ। ਅੱਜ ਸਾਡੀ ਆਪਣੀ ਇੰਡੀਪੈਂਡੈਂਟ ਸਰਕਾਰ ਹੈ ਜੀ। ਉਦੋਂ ਫੌਜਾਂ ਮੁਗਲਾਂ ਦੀਆਂ ਸੀ, ਅੱਜ ਸਾਡੀ ਆਪਣੀ ਫੌਜ ਹੈ ਸਾਡੀ ਰੱਖਿਆ ਕਰਨ ਲਈ ਜੀ। ਉਹ 'ਚ ਸਾਡੇ ਹੀ ਭੈਣ ਭਰਾ ਹੈਗੇ ਨੇ ਜੀ, ਠੀਕ ਹੈ। ਇਸ ਵੇਲੇ ਸਾਨੂੰ ਹਥਿਆਰਾਂ ਦੀ ਲੋੜ ਨਹੀਂ ਹੈ।
ਇਸ ਵੇਲੇ ਸਾਨੂੰ ਚੰਗੀ ਸਿੱਖਿਆ ਦੀ, ਚੰਗੀ ਦਿਕਸ਼ਾ ਦੀ, ਜਿਹੜਾ ਸਾਨੂੰ ਕਰੈਕਟਰ ਦੇਵੇ, ਵੈਲਿਊ ਸਿਸਟਮ ਦੇਵੇ, ਮਿਹਨਤ ਕਰਨ ਦੀ, ਆਪਣੀ ਸਿਹਤ ਚੰਗੀ ਰੱਖਣ ਲਈ ਪੰਜਾਬ 'ਚ ਐਜੂਕੇਸ਼ਨ ਦੀ ਕੁਆਲਿਟੀ ਵਧਾਉਣ ਦੀ ਲੋੜ ਹੈ। ਇਹ ਮੈਸੇਜ ਸਾਡੇ ਸਾਰੇ ਰਿਲੀਜੀਅਸ ਜਿਹੜੇ ਹੈੱਡ ਨੇ, ਜਿਹੜੇ ਪੂਰੀ ਜਿਨ੍ਹਾਂ ਦੀ ਗੱਲ ਕਰੋੜਾਂ ਲੋਕਾਂ ਨੇ ਸੁਣਨੀ ਆ, ਉਹਨਾਂ ਵੱਲੋਂ ਕਨਸਟੈਂਟਲੀ ਜਾਣਾ ਚਾਹੀਦਾ। ਸਾਨੂੰ ਇਸ ਵੇਲੇ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਜੇ ਸੈਪਰੇਸ਼ਨ ਆ ਰਹੀ ਆ ਜਾਂ ਡਿਸਟਰਸਟ ਆ ਰਿਹਾ, ਉਹਨੂੰ ਘੱਟ ਕਰਨ ਦੀ ਲੋੜ ਹੈ। ਇਹ ਮੈਸੇਜ ਜਦੋਂ ਇਹੋ ਜਿਹਾ ਮੈਸੇਜ ਇੱਕ ਕਮਿਊਨਿਟੀ 'ਚ ਜਾਏਗਾ, ਉਹ ਦੂਜੀ ਕਮਿਊਨਿਟੀ 'ਤੇ ਵੀ ਅਸਰ ਕਰੇਗਾ। ਦੂਜੀ ਕਮਿਊਨਿਟੀ ਦੇ ਲੋਕੀ ਵੀ ਡਰਨਗੇ, ਉਹ ਵੀ ਉਸੇ ਤਰ੍ਹਾਂ ਐਗਰੈਸਿਵਲੀ ਰਿਐਕਟ ਕਰਨ ਦੇ ਚਾਂਸਸ ਵੱਧਦੇ ਨੇ। ਤੁਸੀਂ ਜਿਹੜੇ ਲੋਕੀ ਦੇਸ਼ ਦਾ ਹਿੱਤ ਨਹੀਂ ਚਾਹੁੰਦੇ ਜਾਂ ਸਾਡੇ ਸਮਾਜ ਦਾ ਹਿੱਤ ਨਹੀਂ ਚਾਹੁੰਦੇ, ਉਹਨਾਂ ਨੂੰ ਇੱਕ ਮੌਕਾ ਦਿੰਦੇ ਹੋ ਕਿ ਦੇਖੋ ਇਹੋ ਜਿਹਾ ਮੈਸੇਜ ਆ ਰਿਹਾ, ਉਹਨੂੰ ਕਿਸੇ ਤਰ੍ਹਾਂ ਮਰਜ਼ੀ ਇੰਟਰਪ੍ਰੇਟ ਕਰਨ। ਉਹਨਾਂ ਨੇ ਸ਼ਾਇਦ ਕਿਹਾ ਹੋਵੇ ਕਿ ਗੁਰੂ ਦੀ ਸਿੱਖਿਆ ਦੇ ਤਰੀਕੇ ਨਾਲ ਕਿਹਾ ਹੋਵੇ, ਪਰ ਇਸ ਮੈਸੇਜ ਨੂੰ ਬੜੇ ਗਲਤ ਤਰੀਕੇ ਨਾਲ ਪੜ੍ਹਿਆ ਜਾ ਸਕਦਾ ਹੈ। ਬਿਲਕੁਲ। ਫਿਰ ਇਸੇ ਕਰਕੇ ਇਸ ਮੈਸੇਜ ਦੀ ਨਿੰਦਾ ਵੀ ਹੋਈ ਹੈ ਜ਼ਿਆਦਾਤਰ ਥਾਵਾਂ ਤੋਂ, ਕਿਉਂਕਿ ਉਸ ਤੋਂ ਬਾਅਦ ਜਿਹੜੇ ਸਮਾਜ ਦੇ ਦੁਸ਼ਮਣ ਨੇ ਉਹ ਦੂਜੀ ਕਮਿਊਨਿਟੀ ਆ ਜਾਂ ਦੂਜਾ ਰਿਲੀਜਨ ਹੈ, ਉਹਦੇ ਲੋਕਾਂ ਨੂੰ ਕਹਿਣਗੇ ਜੀ ਤੁਸੀਂ ਵੀ ਹਥਿਆਰ ਰੱਖੋ, ਤੇ ਫਿਰ ਇਹ ਚੀਜ਼ ਕਿੱਥੇ ਖਤਮ ਹੋਏਗੀ? ਇਸ ਮੈਸੇਜ ਨੂੰ ਇੰਟਰਪ੍ਰੇਟ ਕਰਨ ਦਾ ਤਰੀਕਾ ਗਲਤ ਹੋ ਸਕਦਾ ਹੈ, ਤਰੀਕਾ ਅਲੱਗ ਹੋ ਸਕਦਾ ਹੈ, ਤਾਂ ਸਾਨੂੰ ਸੋਚ ਸਮਝ ਕੇ ਹੀ ਆਪਣੇ ਬਿਆਨ ਦੇਣੇ ਚਾਹੀਦੇ। ਇਹੋ ਜਿਹਾ ਮੈਸੇਜ ਸਾਨੂੰ ਦੇਣਾ ਹੀ ਨਹੀਂ ਚਾਹੀਦਾ। ਸਾਨੂੰ ਇਸ ਵੇਲੇ ਸਾਡੇ ਯੂਥ ਨੂੰ ਹਥਿਆਰਾਂ ਦੀ ਲੋੜ ਨਹੀਂ ਹੈ। ਸਾਡੇ ਯੂਥ ਨੂੰ ਚੰਗੀ ਸਿੱਖਿਆ, ਚੰਗੀ ਦਿਕਸ਼ਾ, ਚੰਗੀ ਸਿਹਤ, ਚੰਗੇ ਕਰੈਕਟਰ ਦੀ ਲੋੜ ਹੈ। ਸਾਨੂੰ ਆਪਣੇ ਲਿਵਿੰਗ ਸਟੈਂਡਰਡਸ ਵਧਾਉਣ ਦੀ ਜ਼ਰੂਰਤ ਹੈ, ਤੇ ਉਹਦੇ ਬਾਰੇ ਮੈਨੂੰ ਲੱਗਦਾ ਮੈਸੇਜ ਦੇਣੇ ਚਾਹੀਦੇ ਆ, ਨਾਲੇ ਸੋਚ ਦੇ ਸਟੈਂਡਰਡਸ। ਸਰ, ਨੈਸ਼ਨਲ ਸੈਗਮੈਂਟ ਵੱਲ ਚੱਲਦੇ ਹਾਂ। जो बाइडन और प्राइम मिनिस्टर मोदी दोनों ने विरोध किया कि चाइनीज़ जो इन्फ्लुएंस है वो कम होना चाहिए। अमन, हमने थोड़े दिन पहले डिस्कस किया था कि जब भारत को अपना इन्फ्लुएंस श्रीलंका, बांग्लादेश, नेपाल जैसे देशों में जिसमें चाइना का इन्फ्लुएंस भी बढ़ता जा रहा है, उसको काउंटर करना है, तो उसमें अकेले जाने की बजाय क्वाड मेंबर्स की हेल्प ली जा सकती है। और ये वही प्रॉस्पेरिटी फ्रेमवर्क है जो इंडो पैसिफिक रीजन के लिए यूएसए, इंडिया, जापान और ऑस्ट्रेलिया ने मिलकर बनाया। अब इसमें 13 कंट्रीज मेंबर बन गए हैं। अब इसका पर्पस ये है कि यहाँ की सप्लाई चेन्स को सिक्योर और फास्ट किया जाए। उसमें इंडिया का रोल बड़ा सेंट्रल रहेगा। इंडिया विल बी द मैन्युफैक्चरिंग हब। एक नेचुरल मैन्युफैक्चरिंग हब हम बनते हैं। उसके 2-3 रीजन है। एक, हमारे पास इंफ्रास्ट्रक्चर अब बन गया। पिछले कुछ सालों में भारत के अंदर बहुत अच्छी इंफ्रास्ट्रक्चर डेवलपमेंट हुई है, चाहे इलेक्ट्रिसिटी हो, चाहे सड़कें हों, चाहे सड़कों के अलावा और भी जो दूसरे ट्रांसपोर्ट के, वी हैव दैट इंफ्रास्ट्रक्चर। इंडिया में एक सेंट्रल स्टेबल गवर्नमेंट है, एक स्टेबल जीएसटी रूल है। देन वी हैव अ यंग पॉपुलेशन। अगर आप यूएसए की भी बात कर लें, जापान, ऑस्ट्रेलिया, न्यूजीलैंड, दे काइंड ऑफ हैव एजिंग पॉपुलेशन। फिर स्किल और नो हाउ है, आज इसका बेनिफिट लिया जा सकता है। सबसे इंपॉर्टेंट पार्ट, हमारा लेबर कॉस्ट अभी लो है बाकी सब कंट्रीज के मुकाबले में। उससे भी ऊपर वी हैव अ वेरी स्ट्रॉन्ग डोमेस्टिक मार्केट। यहाँ की सबसे बड़ी मार्केट इंडिया ही है इस रीजन में। तो जो चीज़ें प्रोड्यूस की जाएंगी वो डोमेस्टिक मार्केट में भी कंज्यूम होगी और वहीं से उनको एक्सपोर्ट भी किया जा सकता है। बिल्कुल। तो ये सारी एक मेजर एडवांटेज है। अब इंडिया और स्पेशली इंडिया के ब्यूरोक्रेट्स, हमारे लीडर्स ने हमें एक अपॉर्चुनिटी ला के दे दी है। अब रिस्पॉन्सिबिलिटी आती है हमारे ब्यूरोक्रेट्स की, पॉलिसी मेकर्स की। वो इंश्योर करें कि अगले कुछ टाइम के अंदर जो चाइना +1 पॉलिसी पूरी दुनिया इस वक्त देख रही है, देखो उनको इंडिया के ऊपर एक ट्रस्ट है और चाइना के ऊपर डिस्ट्रस्ट है। तो इस जो एक सिचुएशन बनी हुई है, इसका भारत को पूरा एडवांटेज लेना चाहिए। बेस्ट इंफ्रास्ट्रक्चर, बेस्ट टैलेंट, बेस्ट क्वालिटी इन सपोर्ट सिस्टम, ईज ऑफ डूइंग बिजनेस, ये सब चीज़ों पे एक प्रायोरिटी पे काम करना चाहिए। और एक चीज़ और मैं सजेस्ट करूंगा भारत की गवर्नमेंट को कि अक्रॉस इंडिया डिस्ट्रीब्यूट हो, अलग अलग जगह क्लस्टर बने, मल्टीपल क्लस्टर बने, ताकि ये हो कि हर स्टेट में इक्वल एम्प्लॉयमेंट अपॉर्चुनिटीज हों। लोग अपनी ही स्टेट के अंदर अपने आप को एम्प्लॉय कर पाएं। लोग ट्रैवल करें अगर करना चाहते हैं, अगर उनमें सर्टेन टैलेंट है, पर हर स्टेट के अंदर जब डोमेस्टिक लोकल अपॉर्चुनिटी होगी तो वहाँ पे स्पेंडिंग भी होगी। तो इक्वालिटी ऑफ डिस्ट्रीब्यूशन ऑफ वेल्थ, इक्वालिटी ऑफ डिस्ट्रीब्यूशन ऑफ सर्विसेज, हेल्थ सर्विसेज, सब कुछ अपने आप होना शुरू हो जाएगा। अब उसकी रिस्पॉन्सिबिलिटी फिर थोड़ी स्टेट पे भी आती है, क्योंकि लॉ एंड ऑर्डर स्टेट सब्जेक्ट है। तो वो अपने यहाँ लॉ एंड ऑर्डर अच्छा रखें, इंफ्रास्ट्रक्चर अच्छा रखें, सेफ्टी रखें, ड्रग मैनेज ना हो, करप्शन ना हो, तो ये रिस्पॉन्सिबिलिटी फिर स्टेट पे आती है। बिल्कुल सर, ऐसे ही आपने पॉलिसी मेकर्स की बात की, तो ऐसे पॉलिसी मेकर हैं नीति आयोग के CEO अमिताभ कांत। तो उन्होंने कहा है कि अगर इंडिया को हमें इकोनॉमिक पावर हाउस बनाना है तो इसे हमें डिजिटली ट्रांसफॉर्म करना पड़ेगा। देखो, डिजिटल ट्रांसफॉर्मेशन
आज की डेट में ये बोलना कि भारत को डिजिटली ट्रांसफॉर्म करना पड़ेगा, ये ऐसे बोलने जैसा है कि आसमान का रंग नीला है जी। ये तो करना ही पड़ेगा। बिल्कुल। और भारत इस डायरेक्शन में काफी हद तक आगे बढ़ भी चुका है। बिल्कुल। अब पर्पस ये है कि इसको लास्ट माइल तक कैसे पहुंचाया जाए जी। ये जो इंफ्रास्ट्रक्चर है इसको स्टेबल, अब अभी भी हमारे यहाँ पे प्रॉब्लम आती है कनेक्टिविटी की, राइट जी। बेसिकली डिजिटल पेमेंट सिस्टम का काफ़ी हद तक मैं क्या हूँ बहुत ज़्यादा ग्रोथ हुई है। इसके बिना आज हम ट्रांसफॉर्म नहीं कर सकते। अभी थोड़े दिन पहले 5G की पहली डोमेस्टिक की गई। अभी तक हम सर्विसेज फॉरेन मेड टेक्नोलॉजी पे यूज़ करते हैं जी। अगर अब नेक्स्ट लेवल की एक तो है कि हमारे यहाँ पे इंफ्रास्ट्रक्चर अवेलेबल है जी। अब अगले लेवल जब हम फॉरेन मेड इंफ्रास्ट्रक्चर स्पेशली चाइनीज कंपनी का यूज़ करते हैं तो हमारे देश के इंफ्रास्ट्रक्चर को थोड़ा रिस्क पे भी डालता है जी। इस वक्त ज़रूरत है कि हम इंडियन मेड इंफ्रास्ट्रक्चर, जो चिप मैन्युफैक्चरिंग है इंडिया में आए बड़ी जल्दी जी। उसके बाद 6G टेक्नोलॉजी पे हमारा काम हो, 5G टेक्नोलॉजी पे तो काम चलना शुरू हो ही गया है। तो ये सारी टेक्नोलॉजीज में हम पायनियर बने ताकि हमारे अंदर स्टेबिलिटी आए। सिमिलरली जो स्मॉल एंड मीडियम एंटरप्राइजेज हैं वो भी टेक्नोलॉजी को अडॉप्ट कर पाएँ, उतने लो कॉस्ट पे अवेलेबल करवा पाएँ उनको। तो ये इसके बिना तो देखो फ्यूचर है ही नहीं जी। और ये इस डायरेक्शन में भारत ने कुछ स्टेप्स तो ले लिए हैं और अब इसको लास्ट माइल पे एक इंडिविजुअल को कैसे इसका बेनिफिट होगा, चाहे वो एजुकेशन हो, चाहे वो लर्निंग हो, चाहे वो हेल्थ हो, चाहे वो प्रोडक्शन हो जी, दैट इज व्हाट इज नीडेड राइट नाउ टू ट्रांसफॉर्म इंडिया डिजिटली। सर हम हमेशा फॉरेन इन्वेस्टमेंट की भी बात करते हैं, तो एक यूएस और इंडिया में एक इन्वेस्टमेंट इंसेंटिव एग्रीमेंट हुआ है, तो उससे क्या फ़ायदा मिल सकता है इंडिया को? इन्वेस्टमेंट इंसेंटिव प्रोग्राम जो बनाया गया है, इसका मैं दोबारा बोलता हूँ, ये जो इन्वेस्टमेंट इंसेंटिव प्रोग्राम बनाया गया है इसका पर्पस ये है कि इंडिया के अंदर सर्टेन प्रोजेक्ट जैसे एसएमई रिलेटेड, हेल्थ रिलेटेड, इंफ्रास्ट्रक्चर रिलेटेड उनकी फंडिंग की जा सके जी। तो यूएसए ने एक बहुत बड़ा तो नहीं, $4 बिलियन का एक फंड बनाया है जो एक डिस्काउंटेड रेट पे इंडिया में इन्वेस्टमेंट करता है जी। इनफैक्ट थोड़े दिन पहले जापान ने भी इंडिया के अंदर फाइनेंशियल डेवलपमेंट एग्रीमेंट के अंदर $39 बिलियन कमिट किए हैं, जो इससे बहुत बड़ी अमाउंट है जी। तो पर्पस ये है कि अब यूएसए, जापान, ऑस्ट्रेलिया इंडिया को वो काउंटरवेट देख रहे हैं जी। अब देखो ये सारी चीज़ों की प्रोडक्शन, इतना बड़ा इंफ्रास्ट्रक्चर ये बनाना, यू नीड बिग कंट्री विद अ स्ट्रॉन्ग डोमेस्टिक मार्केट ऑल्सो। तो इसमें उनका भी इंटरेस्ट है कि इंडिया, अगर इंडिया में इन्वेस्टमेंट होगी तो वो एक चाइना का अच्छा काउंटर बैलेंस बन सकता है जी। सर हम पैसे की बात कर रहे हैं और इन्वेस्टमेंट की बात कर रहे हैं, ऐसे ही हमारे पड़ोसी हैं पाकिस्तान, हमारा पड़ोसी मुल्क जो है, वहाँ पे क्योंकि पेट्रोल डीज़ल के रेट्स बहुत बढ़ गए हैं, तो उन्होंने एक नई चीज़ निकाली है कि हम वर्किंग डेज़ कम कर देते हैं, उससे पेट्रोल डीज़ल भी हमारा कम लगेगा, हमारे खर्चे बचेंगे। देखो मैं ना एक स्टेप पीछे लेता हूँ जी। अभी मैं बोल रहा था कि हमें चाइना का काउंटरवेट बनना है जी, पर एक चीज़ का और ध्यान रखना है जी। जब हम यूएस, जापान या ऐसी फॉरेन कंट्रीज़ को हमारे यहाँ इन्वेस्टमेंट करने दें, हमारी फॉरेन पॉलिसी, हमारी पॉलिसीज इंडिपेंडेंट हो, हम डोमेस्टिकली स्ट्रांग हो, इसलिए डोमेस्टिक मार्केट की बात करते हैं ताकि हम चाइना से आगे बढ़ने के चक्कर में कहीं पाकिस्तान वाले रास्ते पे ना चल पड़े जी। पाकिस्तान ने फॉरेन कंट्रीज़ की वेसल स्टेट, एक कठपुतली स्टेट बन के रह गया जी। अब उन्होंने ये जो फैसला लिया है ये उनकी एक बिल्कुल इकोनॉमिक स्थिति जो बहुत ही बुरी कंडीशन में वो दिखाता है जी। अब आप लेट से ऑफिस बंद करोगे, असम्पशन क्या है कि क्या ऑफिस जाके और कोई काम नहीं होता? आप पेट्रोल या बिजली बचाने के लिए, क्योंकि आपके पास उसके बिल देने के पैसे नहीं है जी, जो बाकी इकोनॉमिक एक्टिविटी है सारी रोक दोगे, सारे सरकारी काम, सारी पढ़ाई लिखाई सब रोक दोगे, क्या उसकी कोई वैल्यू नहीं है? ये तो बेसिकली आप कुछ $4-5 बिलियन बचाने के लिए जो पूरी जीडीपी है, जो इकोनॉमिक एक्टिविटी है, वही रोक दोगे, दुकानें बंद कर दोगे, रेस्टोरेंट बंद कर दोगे, स्कूल कॉलेज बंद कर दोगे, ऑफिस बंद कर दोगे, तो इकोनॉमिक एक्टिविटी और कम हो जाएगी। तो इस स्टेप से मेरे को नहीं लगता उनको फायदा होगा, बल्कि और नुकसान होना शुरू हो जाएगा जी। जो थोड़ी बहुत इकोनॉमिक एक्टिविटी है वो भी बंद होनी शुरू हो जाएगी। बिल्कुल। तो वो देश ये उसी तरह से है कि जो एक कोई छोटी सी कंपनी जिसकी इकोनॉमिक हालत बुरी होती है वो कॉस्ट कटिंग में लग जाती है, उनका प्रोडक्ट और ख़राब होना शुरू हो जाता है, उनके एम्प्लॉय और कम होने शुरू हो जाते हैं जी। और धीरे धीरे वो कंपनी बंद होने की कगार पे पहुंच जाती है जी। बिल्कुल सर एक आखिरी सवाल है, चाइना और ताइवान के रिश्तों से तो सभी वाकिफ़ हैं। यूएस ने कहा है कि अगर ताइवान पे चाइना हमला करता है तो यूएस मिलिटरीली उसका जवाब देगा, उसके साथ खड़ा होगा ताइवान के। देखो ये बड़ी स्ट्रॉन्ग स्टेटमेंट आई है जी। काफ़ी देर से ताइवान यूएस की मिलिट्री प्रोटेक्शन में नहीं है जी।
और ये पहली बार हुआ है कि यूएस प्रेसिडेंट ने ऐसे कैटेगोरिकली और क्लियरली बोला है जी कि अगर चाइना अटैक करेगा तो मिलिट्री जवाब दिया जाएगा जी। क्योंकि एज पर द कॉन्स्टिट्यूशन ऑफ द कम्युनिस्ट पार्टी ऑफ चाइना, उसके अंदर ये मैंडेट उनके कॉन्स्टिट्यूशन में लिखा हुआ है कि ताइवान को इंटीग्रेट करना है मेनलैंड के साथ। वो इसको एक रोग स्टेट की तरह देखते हैं जी। तो ये उनके गोल्स का पार्ट है। तो चाइना तो किसी भी हालत में ये एक्सेप्ट नहीं करेगा या अपना हक वो ताइवान पे नहीं छोड़ने वाला है जी। और पिछले कुछ टाइम से बिकॉज ऑफ वेरी वेरी एग्रेसिव पॉलिसीज ऑफ जिनपिंग जी, उन्होंने बहुत ज़्यादा एरियल अटैक्स वहाँ पे काइंड ऑफ कि उनकी एयर स्पेस को वायलेट करना, वहाँ पे अपने मिलिट्री और नेवी के वेसल्स को भेजना, ये एक्टिविटी काफ़ी बढ़ा दी है डिस्पाइट रिपीटेड वार्निंग्स, और पिछले कुछ टाइम से बहुत ज़्यादा बढ़ी हुई है जी। और इन कॉन्टेक्स्ट ऑफ यूक्रेन रशिया वॉर जी, रशिया ने जब यूक्रेन पे अटैक किया और नेटो नेशंस उसमें मिलिटरीली इन्वॉल्व नहीं हुए जी, तो यूएस को अब ये डर है कि ये चाइना के हौसले खोल देगा। तो चाइना को लगेगा कि यूएस इंटरवीन नहीं करेगा तो ये एक मौका है, अब हम मिलिटरीली स्ट्रांग हैं, इकोनॉमिकली स्ट्रांग हैं, हम ताइवान को अटैक करके कुछ ही टाइम पे, क्योंकि देखो 150 किलोमीटर का रास्ता है और ताइवान बहुत बड़ा नहीं है जी, राइट, तो वो उनके ज़्यादातर उनके मिलिट्री बेसिस को बड़ी स्पीड से ख़त्म कर सकते हैं जी। तो उनको ये गलत फहमी ना हो जाए कि वो बड़ी आसानी से ताइवान को अपने कब्जे में ले सकते हैं, उस पार्ट को करेक्ट करने के लिए ये प्रीएम्प्टिव स्टेटमेंट दी गई है जी। ये भी हो सकता है उनके पास कुछ इंटेलिजेंस इनपुट आई हो जी, कि वहाँ पे कुछ ऐसी स्ट्रेटजी बन रही है चाइना के अंदर, या वो इसको सीरियसली कंसिडर कर रहे हैं अगले कुछ टाइम में कि वहाँ पे एक लड़ाई चल रही है नेटो की, तो उस मौके का फ़ायदा उठा के हम भी अपनी एक्टिविटी कर लें, क्योंकि ये तो उनके मैंडेट में लिखा हुआ है जी। तो मेरे को लगता है कि ये बड़ी स्ट्रॉन्ग और पावरफुल स्टेटमेंट है जी। और ये ताइवान की इंडिपेंडेंस और सॉवरेनिटी को प्रोटेक्ट करने के लिए सारे देशों को जिनकी जो एक सॉवरेन वैल्यूज़ में बिलीव करते हैं उनको इस पे चाइना को इसके ऊपर चाइना के खिलाफ स्टेटमेंट देनी चाहिए जी। क्वाड को बनाने का पर्पस भी एक यही है कि चाइना ऐसी मिलिट्री जो एडवेंचरिज्म करता है जी, चाहे वो इंडिया के बॉर्डर पे हो, चाहे फिलीपींस हो, मलेशिया हो, चाहे वो और भी कंट्रीज़ हो, जापान हो, साउथ कोरिया हो, जो भी ये जो मिलिट्री एडवेंचरिज्म करता है और अपने आप को यहाँ का बिग डैडी दिखाना चाहता है जी, उस सारी चीज़ पे रोक लगाई जाए। और ये बहुत ज़रूरी है, ये जो इकोनॉमिक प्रॉस्पेरिटी फ्रेमवर्क बना है जो इंडो पैसिफिक नेशन का, अगर ये 13-14 कंट्रीज़ आपस में रिलाय करके अपना ट्रेड और बिजनेस करेंगे, आप देखना चाइना के ग्रोथ रेट पे बहुत इम्पैक्ट आएगा जी। चाइना को भी अपनी पॉलिसीज़ और एटीट्यूड, अब वैसे वो चाहे वो चेंज भी कर लें पर इट इज़ टू लेट। आज की डेट में लोगों का चाइना के ऊपर से भरोसा उठ गया हुआ है, वो उसकी जो इंपीरियलिस्टिक और हेजिमोनिक जो माइंडसेट है उसको समझ चुके हैं और जो उनके प्रेसिडेंट का माइंडसेट है कि दिस विल बी चाइनीज सेंचुरी, वो सपना मेरे को पूरा होता नज़र नहीं आ रहा है। शुक्रिया सर, इस तरह की दुनिया भर की इनसाइट्स लेके आते रहेंगे। देखते रहिए पंजाब टुडे।